अस्सलाम वालेकुम किसान भरावां दे नाम अहम पैगाम जनाब ਇਹ ਮੇਰਾ ਪ੍ਰੋਗਰਾਮ ਵਾਹਿਦ ਆਪਣੇ ਕਿਸਾਨ ਭਰਾਵਾਂ ਦੇ ਨਾਲ ਹਮਦਰਦੀ ਤੇ ਉਹਨਾਂ ਨਾਲ ਜਨਾਬ ਆਪਣੀ ਹਮਦਰਦੀਆਂ ਇਜ਼ਹਾਰ ਕਰਨ ਦਾ ਵਜ੍ਹਾ ਤੋਂ ਮੈਂ ਇਹ ਪੈਗਾਮ ਸਿਰਫ ਪੰਜਾਬੀ ਵਿੱਚ ਉਹਨਾਂ ਵਾਸਤੇ ਰਿਕਾਰਡ ਕਰਵਾ ਰਿਹਾ। ਹਾਲਾਂਕਿ ਮੈਂ ਕੋਈ ਵੀ ਆਪਣਾ ਵਲੌਗ ਜੋ ਹੈ ਉਹ ਪੰਜਾਬੀ ਵਿੱਚ ਨਹੀਂ ਕਰਨਾ ਵਾ, ਸਿਰਫ ਇਹ ਪੰਜਾਬੀ ਭਾਈਆਂ ਵਾਸਤੇ। ਅੱਛਾ, ਇਹਦੇ ਵਿੱਚ ਭਲਾ ਮੈਂ ਪੰਜਾਬੀ 'ਚ ਕਿਉਂ ਇਹ ਗੱਲ ਕਰ ਰਿਹਾ? ਉਹਦੀਆਂ ਕੁਛ ਵਜੂਹਾਤ ਨੇ ਜਨਾਬ, ਕਿਉਂਕਿ ਕਿਹੜੀ ਸਾਡੀ ਵਜ਼ੀਰ ਆਲਾ ਹੈ ਉਹਨਾਂ ਇੰਗਲਿਸ਼ ਵਿੱਚ ਇੱਕ ਸਮਰੀ ਮਨਜ਼ੂਰ ਕੀਤੀ, ਪੈਕੇਜ ਦਾ ਐਲਾਨ ਕੀਤਾ ਹੈ ਤੇ ਮੈਂ ਚਾਹੁੰਦਾ ਕਿ ਉਹ ਕਰ ਇੰਗਲਿਸ਼ ਵਿੱਚ ਲਿਖਿਆ ਹੋਇਆ ਪੈਕੇਜ ਹੈ ਉਹ ਇੰਗਲਿਸ਼ ਵਿੱਚ ਲਿਖੀ ਵੀ ਕਿਹੜੀਆਂ ਸਹੂਲੀਅਤ ਨੇ, ਕਿਹੜੀਆਂ ਕਣਕ ਦੀ ਕੀਮਤ ਕਮ ਹੋਣ ਦੀ ਵਜ੍ਹਾ ਤੋਂ, ਗੰਦਮ ਦੀ ਕੀਮਤ ਕਮ ਹੋਣ ਦੀ ਵਜ੍ਹਾ ਤੋਂ ਜਨਾਬ ਤੁਹਾਨੂੰ ਆਪਣੀ ਵਜ਼ੀਰ ਆਲਾ ਦੇਣਾ ਚਾਹ ਰਹੀ ਹੈ। ਉਹਦੇ ਬਾਰੇ 'ਚ ਮੈਂ ਆਖਿਆ ਥੋੜ੍ਹਾ ਜਿਹਾ ਰੋਸ਼ਨੀ ਪਾ ਕੇ ਦੱਸ ਦੇਵਾਂ ਕਿ ਜਨਾਬ ਇਹਦਾ ਮੇਨ ਫੰਡਾ ਕੀ ਹੈ, ਇਹਦੀ ਮੇਨ ਰੀਜ਼ਨ ਕੀ ਹੈ, ਇਹਦੇ ਪਿੱਛੇ ਬਿਹਾਈਂਡ ਦਾ ਸੀਨ ਕੀ ਗੇਮਾਂ ਨੇ। ਆਓ ਜੀ ਤੁਹਾਨੂੰ ਮੈਂ ਪਹਿਲਾ ਪੈਕੇਜ ਦਾ ਸੁਣਾਵਾਂ। ਅੱਛਾ, ਇਹ 16 ਅਪ੍ਰੈਲ ਨੂੰ 2025 ਨੂੰ ਮੈਂ ਆਪਣੀ ਵਜ਼ੀਰ ਆਲਾ ਮੁਹਤਰਮਾ ਵਜ਼ੀਰ ਆਲਾ ਨੇ ਕਿਸਾਨਾਂ ਵਾਸਤੇ ਪੈਕੇਜ ਦਾ ਐਲਾਨ ਕੀਤਾ, ਕਿਉਂਕਿ ਕਿਸਾਨ ਕਹਿ ਰਹੇ ਸਨ ਜੀ ਅਸੀਂ 15 ਤਰੀਕ ਨੂੰ ਅਸੀਂ ਸਟ੍ਰਾਈਕ ਕਰਾਂਗੇ, ਪਹੀਆ ਜਾਮ ਹੜਤਾਲ ਕਰਾਂਗੇ, ਸੜਕਾਂ ਰੋਡ ਬੰਦ ਕਰਾਂਗੇ। ਤੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਕਿ ਇਹਨਾਂ ਨੂੰ ਕੋਈ ਲੋਲੀਪੌਪ ਦਿੱਤਾ ਜਾਵੇ, ਕਿਉਂ ਨਾ ਇਹਨਾਂ ਨੂੰ ਕੋਈ ਲਾਲਚ ਲਾਉਣ ਵਾਸਤੇ ਕੋਈ ਐਸਾ ਪੈਕੇਜ ਦਾ ਐਲਾਨ ਕੀਤਾ ਜਾਵੇ। ਤੇ ਉਹ ਜਨਾਬ ਪੈਕੇਜ ਕਿਹੜਾ ਹੈ, ਉਹ 15 ਬਿਲੀਅਨ ਦਾ ਪੈਕੇਜ ਦਾ ਐਲਾਨ ਕੀਤਾ ਆਪਣੀ ਵਜ਼ੀਰ ਆਲਾ ਸਾਹਿਬਾ ਨੇ। ਤੇ ਉਹ ਜਨਾਬ 5,50,000 ਕਿਸਾਨਾਂ ਵਿੱਚ ਛੋਟੇ ਕਿਸਾਨ, ਗਰੀਬ ਕਿਸਾਨ, ਕਿ 5 ਏਕੜ ਦੇ ਮਾਲਕ ਹੋਣ ਜਾਂ 10 ਏਕੜ ਦੇ ਮਾਲਕ ਹੋਣ, 10 ਉੱਤੇ ਨੇ, ਉਹਨਾਂ ਨੂੰ ਜਨਾਬ 15 ਬਿਲੀਅਨ ਰੁਪਈਆ ਉਹਨਾਂ ਵਿੱਚ ਤਕਸੀਮ ਕੀਤਾ ਜਾਵੇਗਾ। ਤੇ ਕੁੱਲ ਪੂਰੇ ਪੰਜਾਬ ਦੇ 5,50,000 ਜਨਾਬ ਕਿਸਾਨਾਂ ਵਿੱਚੋਂ ਤਕਸੀਮ ਕੀਤਾ ਜਾਏਗਾ। ਅੱਛਾ, ਉਹਦੀ ਤਕਸੀਮ ਦਾ ਤਰੀਕਾਕਾਰ ਕੀ ਹੋਏਗਾ ਕਿ ਜਨਾਬ ਉਹ ਜਾਵੇਗਾ ਜੀ ਕਿਹੜਾ ਹੈ ਪਟਵਾਰੀ, ਉਹ ਆਪਣੀ ਕਰੇਗਾ, ਜਾ ਕੇ ਉਹਨੂੰ ਦੱਸੇਗਾ ਜਨਾਬ ਇਹਦੀ ਇੰਨੀ ਜ਼ਮੀਨ ਸੀ ਤੇ ਉਹਦੇ ਤੇ ਇੰਨੀ ਕਣਕ ਇਹਨਾਂ ਬੀਜੀ ਵੀ ਸੀ। ਗਿਰਦਾਵਰੀ ਕਿਹਨੂੰ ਕਹੀਦਾ? ਅੱਛਾ, ਗਿਰਦਾਵਰੀ ਕਰੇਗਾ। ਅੱਛਾ, ਗਿਰਦਾਵਰੀ ਤਾਂ ਜਨਾਬ ਉਹਨੇ ਪਹਿਲੀ ਅਕਤੂਬਰ ਵਿੱਚ ਵੀ ਕੀਤੀ ਸੀ। ਉਹਨੇ ਦੱਸਿਆ ਸੀ ਗੌਰਮੈਂਟ ਨੂੰ ਕਿ ਪੰਜਾਬ ਦੀ ਟੋਟਲ ਜ਼ਮੀਨ ਕਿੰਨੀ ਹੈ, ਤੇ ਉਹਦੇ ਵਿੱਚ 70% 60% ਫਰਜ਼ ਕੀਤਾ 5 ਲੱਖ ਕਿੱਲਾ ਜਾਂ 5 ਲੱਖ ਏਕੜ ਤੇ 4 ਲੱਖ ਏਕੜ ਤੇ ਜਾਂ 3,500 ਏਕੜ ਤੇ ਇੰਨੀ ਤੇ ਜਾਂ 10 ਲੱਖ ਏਕੜ ਤੇ ਜਨਾਬ ਗੰਦਮ ਕਾਸ਼ਤ ਹੋ ਗਈ ਹੈ। ਅੱਛਾ, ਉਹ ਵੀ ਉਹਦੀ ਇਨਫੋਰਮੇਸ਼ਨ ਇਹਦਾ ਮਤਲਬ ਗਲਤ ਹੋਏਗੀ ਪਟਵਾਰੀ ਸਾਹਿਬ ਦੀ। ਹੁਣ ਦੁਬਾਰਾ ਤੋਂ ਗਿਰਦਾਵਰੀ ਕਰੇਗਾ ਤਾਂ ਕਿਹਨੂੰ ਚਾਹੇਗਾ ਨਵਾਜ਼ ਦੇਵੇਗਾ 5,000 ਰੁਪਇਆ ਫੀ ਏਕੜ ਦੇ ਹਿਸਾਬ ਨਾਲ। ਇੱਕ ਬੰਦਾ ਹੈ ਉਹਦੀ, ਉਹ ਵੀ ਕਿਸਾਨ ਕਾਰਡ ਦੇ ਜ਼ਰੀਏ ਜਨਾਬ ਪੈਸੇ ਜਾਵਣਗੇ। ਅੱਛਾ, 15 ਬਿਲੀਅਨ ਦਾ ਐਲਾਨ ਹੋ ਗਿਆ, ਉਹਦਾ ਪ੍ਰੋਸੀਜਰ ਕੀ, ਉਹ ਕਿਸਾਨ ਕਾਰਡ ਦੇ ਜ਼ਰੀਏ ਉਹ ਲੋਕਾਂ ਨੂੰ ਮਿਲੇਗਾ। ਅੱਛਾ, ਕਿਸਾਨਾਂ ਨੂੰ ਕਿਸਾਨ ਕਾਰਡ ਦੇ ਜ਼ਰੀਏ ਮਿਲੇਗਾ ਤੇ ਪਰ ਏਕੜ ਕਿੰਨਾ ਮਿਲੇਗਾ? 5,000 ਰੁਪਇਆ। ਅਗਰ ਇੱਕ ਬੰਦੇ ਦੀ ਗੰਦਮ ਕਣਕ 5 ਕਿੱਲੇ ਸੀ, ਉਹਨੂੰ 25,000 ਰੁਪਇਆ ਮਿਲੇਗਾ, ਤਾਂ ਉਹਨੂੰ ਲੋਸ ਕਿੰਨਾ ਹੋਇਆ? ਉਹਨੂੰ 5 ਲੱਖ ਰੁਪਇਆ ਲੋਸ ਹੋ ਗਿਆ। ਠੀਕ ਹੈ। ਅੱਛਾ ਜੀ, ਉਹ 5,50,000 ਕਿਸਾਨਾਂ 'ਚ ਤਕਸੀਮ ਹੋਵੇਗਾ। ਇਹ ਮੈਂ ਤੁਹਾਨੂੰ ਪੰਜਾਬੀ 'ਚ ਦੱਸ ਰਿਹਾ। ਅੱਛਾ, ਉਹਦੇ ਵਿੱਚ ਬਾਅਦ 'ਚ ਹੁਣ ਇਹ ਵੀ ਕਿਹਾ ਕਿ ਕਿਹੜਾ ਜਨਾਬ ਅਸੀਂ ਕੋਈ ਸਾਲਾਨਾ ਨਹਿਰੀ ਜਾਂ ਟੈਕਸ ਆਪਾਂ ਦੇਈਦਾ ਨਾ, ਨਹਿਰੀ ਮਹਿਕਮਾ ਅਨਹਾਰ ਜਿਹਨੂੰ ਕਹੀਦਾ, ਉਹਨਾਂ ਦਾ ਆਪਾਂ ਨੂੰ ਟੈਕਸ ਆਉਂਦਾ ਜੀ ਫਿਰ ਪਰ ਏਕੜ ਦਾ 250 ਰੁਪਏ ਜਾਂ 300 ਰੁਪਇਆ ਹੁੰਦਾ ਹੈ। ਕਿਉਂਕਿ ਨਹਿਰ ਜਨਾਬ ਆਦੀ ਮਰਜ਼ੀ ਨਾਲ ਆਉਂਦੀ ਹੈ। ਅੱਗੇ 6 ਮਹੀਨੇ ਨਹਿਰ ਚੱਲਦੀ ਸੀ, ਮਤਲਬ ਕਿ ਚੱਲਦੀ ਸੀ ਪਹਿਲੇ ਪੂਰਾ ਸਾਲ ਚੱਲਦੀ ਸੀ, ਫਿਰ 8 ਮਹੀਨੇ, ਫਿਰ 6 ਮਹੀਨੇ। ਹੁਣ ਅੱਲਾ ਦਾ ਸ਼ੁਕਰ 1 ਹਫ਼ਤਾ 2 ਹਫ਼ਤੇ ਚੱਲਦੀ, 2 ਹਫ਼ਤੇ ਬੰਦ, 2 ਹਫ਼ਤੇ ਚੱਲਦੀ, 2 ਹਫ਼ਤੇ ਬੰਦ, ਕਿਉਂਕਿ ਅਸੀਂ ਡੈਮ ਹੀ ਨਹੀਂ ਬਣਾਏ। ਸਾਡੀ ਹੁਕੂਮਤਾਂ ਦਾ ਇਸ ਤਰਫ ਕੋਈ ਰੁਝਾਨ ਹੀ ਨਹੀਂ। ਅੱਛਾ ਜੀ, ਉਹ ਕਿਹੜੇ ਪੈਸੇ ਹੋਣਗੇ, ਕਿਹੜਾ ਸਾਨੂੰ ਮਾਮਲਾ ਕਿਹਨੂੰ ਪੰਜਾਬੀ 'ਚ ਕਹੀਦਾ, ਉਹ ਮਾਮਲਾ ਕਿਹੜਾ ਜੀ ਇਸ साल उन्हें जो हुकूमत है वैसे ही अच्छा रिलीफ भी है कि वो उनसे नहीं लिया जाएगा। लेकिन एक बंदा उनकी 5 एकड़ जमीन उन्हें 1,200 रुपया मामला पैना सी, वो जनाब मामला 1,200 या 1,500 मामला पैना सी, वो दे सकता है कि तुम रिलीफ देना तो सही तरीके ना दें आप उनको। आप देखें कि पर एकड़ के हिसाब से उसका 80 से 90,000 या लाख एकड़ बन रहा है। 50 एकड़ के 50 अगर वो जनाब उनकी कि औसत है वो 50 मान की निकले तो लाख रुपए का बनेगा कि किला 2 लाख रुपए का बन जाएगा कि लाख रुपए का बनेगा। 22-2300 में विकती पी, वो जनाब लाख रुपए का बना खर्चा खुर्चा कट के। अच्छा, उन्होंने कम से कम 70-80 हज़ार रुपए का नुकसान है।
अच्छा जी, अगला किहड़ा मेन पॉइंट है, मैं असीं सिर्फ मेन पॉइंट किहड़े ने इंग्लिश के लिखे उन्हां दी सिर्फ गल करांगे। अच्छा, वो कहंदे उन्हां कहा जी कि असीं ना एक ऐसा सिस्टम लैके आ रहे हैं जिंदा नाम उन्हां की रखिया भला, अच्छा उसका नाम है जनाब इलेक्ट्रॉनिक वेयर हाउस रिसेप्ट, EWR एक नवी मतलब इनिशिएटिव या एक नवी स्कीम लॉन्च की थी EWR। ई से मुराद इलेक्ट्रॉनिक और W से मुराद वेयर हाउस और R से मुराद रिसेप्ट। मीन के जो हम गोदाम वगैरह देखते हैं जो पंजाब गवर्नमेंट के अंडर है, एक पास्को का ये गोदाम देखते हैं ना, वहाँ पे EWR एक स्कीम है, उसके ज़रिए हम गंदम जाके वो स्टोर करेंगे, फ्री ऑफ कॉस्ट स्टोर होगी। लेकिन वो गंदम हमने 10 लाख की रखी, फ़र्ज़ किया तो उसमें अगर फिर हम क्या वो वहाँ से एक पर्ची हमें मिलेगी, वो पर्ची हम जाके बैंक में जमा करवाएंगे, पंजाब बैंक में फ़र्ज़ के जमा कराएंगे, वहाँ से हमें वो 7 लाख 70% उसका टोटल लिक्विडिटी जो हमारी पड़ी हुई है उसका 70% वो हमें जनाब देंगे, मीन के 7 लाख रुपया वो हमें देंगे। अच्छा, जब हम वहाँ से गंदम उतनी देर में उठा नहीं सकते उतनी देर में गंदम उठा नहीं सकते जितनी देर में हम वो 70% जो हमने लिया था, फ़र्ज़ के 7 लाख 10 लाख की गंदम रखी, उसमें 7 लाख हमने बैंक से ले लिया EWR के तहत। अच्छा, उसमें फिर हम वो 7 लाख उनको जमा करवाएंगे तो फिर 10 लाख की गंदम हम उठा पाएंगे। वो 7 लाख इसलिए कि हम अपने आने वाली फसल जो है, फ़र्ज़ किया हमने मुंजी लगानी है, उसके ऊपर हम खर्चा कर सकें। अच्छा, एक बात ये होगी, इसके ऊपर मैं ज़्यादा तबसरा नहीं करूँगा मेरे भाई, सिर्फ बात ये है कि वो अगर असीं इन्ने पैसे 10 लाख की कणक रख देने, अगर 10 लाख की कणक वधदी ही नहीं, उनका रेट नहीं ऊपर जाएगा तो सानूं फायदा की स्टोर करने का। अच्छा, ये भी मैनूं तो कोई समझ नहीं लग रही, ठीक है। अच्छा, जो 25% उनकी जो टोटल स्टोरेज कैपेसिटी हैज़ बीन मेड मैंडेटरी। अच्छा, इनको जो अच्छा एक किसानों के लिए कि वो रखेंगे अपनी गंदम, उसका 70% वो बैंक में जाके EWR जमा करवाएंगे, इलेक्ट्रॉनिक वेयर हाउस रिसेप्ट जमा करवाएंगे, उनको वो लोन मिल जाएगा। उसके अलावा उन्होंने जो ट्रांसपोर्टेशन जो है वो वीट पे की ट्रांसपोर्टेशन में आमदो ज़राए आमदो रफ्त है, मतलब कि वीट हुण कोई लैके नहीं जा सकता, नवी गंदम कि गंदम ही खरीदनी हो जनाब, पंजाब गौरमेंट को पुरानी गंदम ही खरीदनी, पहले पुरानी गंदम खरीदणगे फ्लोर मिल्स वाले, फैक्ट्रियां वाले, मिल्लां वाले, उस तो बाद जनाब वो नवी गंदम खरीदनी, इहदे तो उन्हां बैन ला दिता। तो ये ना ही बैनल सूबाई मीन के किसी पंजाब सूबे तो किसी होर सूबे विच भी नहीं जा सकती गंदम तुहाडी, तो इन्नी मतलब माशाअल्लाह इनकी केयर की जा रही है। अच्छा, और ना ही ये जनाब इंटर डिस्ट्रिक्ट लेवल मतलब कि ये बैनुल अज़ला ही, मैं बैनुल अज़ला मतलब कि एक ज़िले तो दूसरे ज़िले भी नहीं जा सकती, इनकी भी उन्होंने पाबंदी ला दी थी, यह भी याद रखा जी। अच्छा, जो हस्बैंड लिफ्ट, अच्छा बैन और ट्रांसपोर्ट। अच्छा, आगे चलें तो वो कहते हैं जी कि मतलब कि वो हमारे साथ हैं, गवर्नमेंट वैसे है तो हमारे साथ ही, क्योंकि हमारी गवर्नमेंट है, हम ही बनवाते हैं, हम भी वोट डालते हैं। तो ये उनसे लास्ट में ये विनती है मेरी, ये उनसे रिक्वेस्ट है मेरी, ये उनसे मिन्नत है कि आप किसान को डायरेक्ट जो है यूरिया खाद सस्ती करके दें, पेस्टिसाइड जो हैं वो सस्ती करके दें, जो स्प्रे वगैरह वो सस्ती करें, और DAP जो आसमान को छो रही है जनाब 12-13 हज़ार रुपये खड़ी हुई है, उसको लेके आएँ, आधी कीमत पर लेके आएँ, फिर जाके उसको किसान को भी सुकून की नींद आएगी, सुकून आएगा। अगले मेरे व्लॉग्स के लिए मैंने किसी पे तनकीद नहीं की, सिर्फ इसलाह की है कि हमें इस तरह के मामलात करने चाहिए। अच्छा, नेक्स्ट व्लॉग्स के लिए इंतज़ार करें, इंशाल्लाह नेक्स्ट व्लॉग्स है वो बहुत ही अच्छे एक टॉपिक पे आ रहा है। आप लाजमी कमेंट्स किया करें, सजेशन दिया करें, और मेरे चैनल को लाजमी तौर पर सब्सक्राइब कर लेना है जी। बहुत शुक्रिया, थैंक यू।